ਸਾਰਿਆਂ ਨੂੰ। ਮੈਂ ਮਨਦੀਪ ਕੌਰ ਹਾਜ਼ਰ ਹਾਂ ਜੀ ਤੁਹਾਡੀ BA ਥਰਡ ਈਅਰ ਦੀ ਪੰਜਾਬੀ ਦੀ ਕਲਾਸ ਦੇ ਨਾਲ। BA ਥਰਡ ਈਅਰ ਦੀ ਸਾਡੀ 4ਵੀਂ ਪੰਜਾਬੀ ਦੀ ਕਲਾਸ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਨਵੇਂ ਦੇ ਸਹਤੇ ਕਾਵਿ ਸੰਗ੍ਰਹਿ, ਜਿਸ ਦੇ ਵਿੱਚ ਅਸੀਂ ਕਰ ਰਹੇ ਹਾਂ ਪ੍ਰੋਫੈਸਰ ਮੋਹਨ ਸਿੰਘ ਜੀ ਨੂੰ। ਪ੍ਰੋਫੈਸਰ ਮੋਹਨ ਸਿੰਘ ਜੀ ਦੀ ਲਿਖੀ ਹੋਈ ਰਚਨਾ ਮੈਂ ਨਹੀਂ ਰਹਿਣਾ ਤੇਰੇ ਕਿਰਨ 84, ਜਿਸ ਦੇ ਵਿੱਚ ਉਹਨਾਂ ਨੇ ਦੁਨੀਆ ਜਿਹੜੀ ਹੈ ਵਰਤਮਾਨ ਸਮੇਂ ਦੀ ਗੱਲ ਕੀਤੀ ਹੈ ਕਿ ਵਰਤਮਾਨ ਸਮੇਂ ਤੋਂ ਜਿਹੜਾ ਕਵੀ ਸੀ ਉਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਨਿਰਾਸ਼ ਹੋ ਚੁੱਕਾ ਹੈ। ਅਜਿਹੀ ਦੁਨੀਆ ਜਿਸ ਦੇ ਵਿੱਚ ਜਿਹੜਾ ਹੈ ਆਪਸੀ ਰਿਸ਼ਤੇ ਖਤਮ ਹੋ ਚੁੱਕੇ ਹਨ, ਭਰਾਤਰੀ ਭਾਵ ਖਤਮ ਹੋ ਚੁੱਕਿਆ ਹੈ, ਹਰ ਕੋਈ ਪੈਸੇ ਨੂੰ ਮਹੱਤਵ ਦੇਣ ਲੱਗ ਪਿਆ ਹੈ ਤੇ ਜਿਹੜੀ ਹੈ ਇਨਸਾਨੀਅਤ ਬਿਲਕੁਲ ਹੀ ਖਤਮ ਹੋ ਗਈ ਹੈ। ਅਜਿਹੀ ਦੁਨੀਆ ਤੋਂ ਜਿਹੜਾ ਕਵੀ ਹੈ ਉਹ ਬਿਲਕੁਲ ਹੀ ਉਪਰਾਮ ਜਿਹੜਾ ਹੈ ਹੋ ਚੁੱਕਿਆ ਹੈ, ਉਸ ਦਾ ਮਨ ਉਚਾਟ ਹੋ ਚੁੱਕਿਆ ਹੈ ਅਜਿਹੀ ਦੁਨੀਆ ਤੋਂ। ਫਿਰ ਉਹ ਅਜਿਹੀ ਦੁਨੀਆ ਨੂੰ ਛੱਡ ਕੇ ਕਿਸੇ ਹੋਰ ਅਜਿਹੀ ਦੁਨੀਆ ਦੇ ਵਿੱਚ ਜਾਣ ਦੀ ਗੱਲ ਕਰਦਾ ਹੈ ਜਿੱਥੇ ਆਜ਼ਾਦੀ ਹੋਵੇ, ਪੂਰੀ ਖੁੱਲ੍ਹ ਹੋਵੇ, ਜਿੱਥੇ ਕੁਦਰਤ ਜਿਹੜੀ ਹੈ ਉਹ ਆਪਣੀ ਮਰਜ਼ੀ ਦੇ ਅਨੁਸਾਰ ਜਿਹੜੀ ਹੈ ਸਾਹ ਲੈ ਸਕਦੀ ਹੋਵੇ। ਫੁੱਲ, ਪੰਛੀ, ਪੇੜ ਪੌਦੇ ਜਿਹੜੇ ਹਨ ਉਹ ਪਸ਼ੂ ਪੰਛੀਆਂ ਦੀ ਗੱਲ ਕਰਦਾ ਹੈ, ਹਰ ਇੱਕ ਨੂੰ ਪੂਰੀ ਆਜ਼ਾਦੀ ਹੋਵੇ, ਜਿੱਥੇ ਉਸ ਨੂੰ ਕੋਈ ਜਾਣਨ ਵਾਲਾ ਨਾ ਹੋਵੇ ਤੇ ਨਾ ਹੀ ਉਸ ਦੇ ਬਾਰੇ ਕੋਈ ਪੁੱਛਣ ਵਾਲਾ ਹੋਵੇ। ਸੋ ਕਹਿੰਦਾ ਹੈ ਕਿ ਉਸ ਦੀ ਮੌਤ ਤੋਂ ਬਾਅਦ ਵੀ ਕੋਈ ਅਜਿਹਾ ਨਾ ਹੋਵੇ ਜੋ ਉਸਦੀ ਚਿਤਾ ਨੂੰ ਲਾਗੂ ਲਾਵੇ ਜਾਂ ਸੰਸਾਰਿਕ ਰਸਮਾਂ ਜਿਹੜੀਆਂ ਹਨ ਉਹਨਾਂ ਨੂੰ ਕਰਨ ਵਾਲਾ ਹੋਵੇ। ਸੋ ਅਜਿਹੀਆਂ ਸਾਰੀਆਂ ਚੀਜ਼ਾਂ ਤੋਂ ਦੂਰ ਹੁੰਦਾ ਹੋਇਆ ਕਵੀ ਇੱਕ ਆਜ਼ਾਦੀ ਭਰੀ ਜਿਹੜੀ ਜ਼ਿੰਦਗੀ ਹੈ ਉਹ ਜਿਉਣ ਦੀ ਆਸ ਜਿਹੜੀ ਹੈ ਰੱਖਦਾ ਹੈ। ਸੋ ਇਸ ਕਰਕੇ ਉਹ ਦੁਨੀਆ ਰੂਪੀ ਜਿਹੜੀ ਹੈ ਕੁੜੀ ਹੈ, ਚੂੜੇ ਵਾਲੀ ਜਿਹੜੀ ਕੁੜੀ ਹੈ ਤੇ ਮਤਲਬ ਸੋਨੇ ਲੱਦੀ ਪਰੀ ਜਿਹੜਾ ਹੈ ਉਹ ਦੁਨੀਆ ਨੂੰ ਇਸ ਦੋਨਾਂ ਸ਼ਬਦਾਂ ਦੇ ਨਾਲ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਉਸ ਦੇ ਘਰ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਸੋ ਇਹ ਜਿਹੜੀ ਰਚਨਾ ਸੀ ਅਸੀਂ ਸਾਡੀ ਪਿਛਲੀ ਕਲਾਸ ਦੇ ਵਿੱਚ ਕੀਤੀ ਸੀ, ਮੈਂ ਨਹੀਂ ਰਹਿਣਾ ਤੇਰੇ ਗਿਰਾਂ। ਉਸ ਤੋਂ ਬਾਅਦ ਜਿਹੜੀ ਸਾਡੀ ਅੱਜ ਦੀ ਕਲਾਸ ਹੈ ਉਸ ਦੇ ਵਿੱਚ ਅਸੀਂ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਅਗਲੀ ਰਚਨਾ ਲੈ ਕੇ ਹਾਜ਼ਰ ਹੋਏ ਹਾਂ ਜੋ ਹੈ ਜੀ ਤਾਜ ਮਹਿਲ। ਇਸ ਰਚਨਾ ਦੇ ਵਿੱਚ ਕਵੀ ਨੇ ਤਾਜ ਮਹਿਲ ਦੀ ਸੁੰਦਰਤਾ ਦੇ ਨਾਲ ਨਾਲ ਉਸ ਦਾ ਇਤਿਹਾਸ ਵੀ ਸਾਡੇ ਸਾਹਮਣੇ ਜਿਹੜਾ ਹੈ ਖੋਲ ਕੇ ਰੱਖਿਆ ਹੈ ਕਿ ਕੀ ਤਾਜ ਮਹਿਲ ਦੀ ਸੁੰਦਰਤਾ ਸੱਚਮੁੱਚ ਦੀ ਸੁੰਦਰਤਾ ਹੈ ਜਾਂ ਨਹੀਂ। ਸੋ ਨਾਲ ਦੀ ਨਾਲ ਆਪਾਂ ਇਹ ਜਿਹੜੀ ਆ ਕਵਿਤਾ ਪੜਾਂਗੇ ਤੇ ਨਾਲ ਦੀ ਨਾਲ ਇਸ ਦੀ ਪ੍ਰਸੰਗਤ ਵਿਆਖਿਆ ਕਰਦੇ ਜਾਵਾਂਗੇ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਜਿਹੜੀ ਕਲਾਸ ਦੇ ਵਿੱਚ ਆਪਣੀ ਜਿਹੜੀ ਰਚਨਾ ਜਿਹੜੀ ਹੈ ਤਾਜ ਮਹਿਲ। ਸੋ ਕਵੀ ਕਹਿੰਦਾ ਹੈ ਕਹਿੰਦੇ ਦੁੱਧ ਚਿੱਟਿਆ ਰੰਗਦਾਰ ਮਰਮਰਾ ਦੇ ਗਲ ਕੱਤੇ ਤੇ ਬਾਹੀਂ, ਸੋਹਜ ਪਤਲੀਆਂ ਚੰਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ, ਬਿਰਸ਼ਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਮੁੜਦੇ, ਘਾਹ ਦੇ ਸੋਹਲ ਸੀਨੇ ਉੱਤੇ ਸਵਾਦ ਹੋਣਗੇ। ਸੋ ਪਹਿਲਾਂ ਪ੍ਰਸੰਗ ਕਰਾਂਗੇ। ਸੋ ਜਿਹੜਾ ਇਹ ਕਾਵਿ ਸਾਡੀ ਪਾਠ ਪੁਸਤਕ ਨਵੇਂ ਦੇ ਸਹਤੇ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਲਿਖੀ ਹੋਈ ਰਚਨਾ ਤਾਜ ਮਹਿਲ ਦੇ ਵਿੱਚੋਂ ਲਿਆ ਗਿਆ ਹੈ, ਜਿਸ ਵਿੱਚ ਕਵੀ ਨੇ ਤਾਜ ਮਹਿਲ ਦੀ ਸੁੰਦਰਤਾ ਜਿਹੜੀ ਹੈ ਉਸ ਦਾ ਵਰਣਨ ਕਰਦਾ ਹੋਇਆ ਕਹਿੰਦੇ ਸੁਪਨੇ ਜਿਹੜੀ ਹੈ ਕਹਿੰਦੇ ਇਸ ਤੋਂ ਬਾਅਦ ਇੱਕ ਸੁਪਨੇ ਅਵਸਥਾ ਵਿੱਚੋਂ ਨਿਕਲ ਕੇ ਚੇਤਨਾ ਦੀ ਅਵਸਥਾ ਦੇ ਵਿੱਚ ਪਹੁੰਚ ਕੇ ਪ੍ਰਗਤੀਸ਼ੀਲਤਾ ਦੀ ਮੁਦਰਾ ਨੂੰ ਧਾਰਨ ਕਰਕੇ ਮਾਰਕਸਵਾਦੀ ਨਜ਼ਰੀਏ ਤੋਂ ਇਸ ਇਮਾਰਤ ਦੇ ਕਹਿੰਦੇ ਸੋਹਜ ਸੁਹੱਪਣ ਤੇ ਜਿਹੜੇ ਕੀਤੇ ਹੋਏ ਸ਼ੋਸ਼ਣ ਦਾ ਵਰਣਨ ਸਾਡੇ ਸਾਹਮਣੇ ਕੀਤਾ ਹੈ। ਸੋ ਕਵੀ ਕਹਿੰਦਾ ਹੈ ਕਿ ਚਾਨਣੀ ਰਾਤ ਦੇ ਵਿੱਚ ਤਾਜ ਮਹਿਲ ਦੇ ਜਿਹੜਾ ਹੈ ਉਸ ਦੀ ਸੁੰਦਰਤਾ ਜਿਹੜੀ ਹੈ ਇੰਜ ਪ੍ਰਤੀਤ ਹੋ ਰਹੀ ਹੈ ਜਿਵੇਂ ਦੁੱਧ ਚਿੱਟਿਆਂ ਜਿਹੜੀਆਂ ਰੰਗਦਾਰ ਸੰਗਮਰਮਰ ਦੀਆਂ ਜਿਹੜੀਆਂ ਸ਼ਿਲਾਵਾਂ ਹਨ ਕਹਿੰਦੇ ਉਹ ਜਿਹੜੀਆਂ ਹਨ ਇਸ ਦੇ ਗਲ ਵਿੱਚ ਆਪਣੀਆਂ ਬਾਹਾਂ ਪਾ ਕੇ ਚੰਨ ਦੀਆਂ ਸੋਹਜ ਤੇ ਪਤਲੀਆਂ ਜਿਹੜੀਆਂ ਰਿਸ਼ਮਾਂ ਹਨ, ਰੋਸ਼ਨੀ ਦੇਣ ਵਾਲੀਆਂ ਕਿਰਨਾਂ ਹਨ, ਕਹਿੰਦੇ ਉਹ ਕਿਰਨਾਂ ਜਿਹੜੀਆਂ ਹਨ ਬੇਪਰਵਾਹ ਹੋ ਕੇ ਸੁੱਤੀਆਂ ਪਈਆਂ ਹੋਣ। ਦੁੱਧ ਚਿੱਟਾ ਇਹ ਜਿਹੜਾ ਤਾਜ ਮਹਿਲ ਹੈ ਕਹਿੰਦੇ ਇਹ ਇੱਕ ਬਹੁਤ ਹੀ ਜ਼ਿਆਦਾ ਚਿੱਟੀ ਜਿਹੜੀ ਹੈ ਸ਼ਿਲਾ ਦੇ ਵਾਂਗ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਚੰਨ ਦੀਆਂ ਜਿਹੜੀਆਂ ਕਿਰਨਾਂ ਹਨ ਉਹ ਇਸ ਦੇ ਗਲ ਬਾਹਾਂ ਪਾ ਕੇ ਸੁੱਤੀਆਂ ਪਈਆਂ ਹੋਣ। ਬਿਰਸ਼ਾਂ ਅਤੇ ਬੂਟਿਆਂ ਉੱਤੇ ਪਰਛਾਵੇਂ ਜਿਹੜੇ ਹਨ ਉਹ ਇੱਕ ਪ੍ਰਕਾਰ ਦੇ ਨਸ਼ੇ ਦੇ ਵਿੱਚ ਮਸਤ ਹੋ ਕੇ ਘਾਹ ਦੇ ਸੋਹਲ ਸੀਨਿਆਂ ਦੇ ਉੱਪਰ ਸਵਾਦ ਕਰਕੇ ਊਂਘ ਰਹੇ ਹੋਣ। ਸੋ ਅੱਗੇ ਕਹਿੰਦੇ ਲੱਗ ਟਾਣਾ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ, ਲੱਗ ਕਲੀਆਂ ਗਲ ਗੰਦਾ ਸੁੱਤੀਆਂ, ਨੀਂਦ ਬਲੇਵੇ ਬਲੀਆਂ। ਸੋ ਇਸ ਤਰ੍ਹਾਂ ਜਿਹੜਾ ਹੈ ਅੱਗੇ ਦੀ ਅੱਗੇ ਜਿਹੜਾ ਕਵੀ ਹੈ ਉਹ ਕਹਿੰਦਾ ਹੈ ਕਿ ਇਸ ਸੁਹੱਪਣ ਭਰੇ ਵਾਤਾਵਰਨ ਦੇ ਵਿੱਚ ਤਾਜ ਮਹਿਲ ਦੀ ਰੋਸ਼ਨੀ ਜਿਹੜੀ ਹੈ ਰੋਸ਼ਨੀ ਦੇ ਦ੍ਰਿਸ਼ ਦੇ ਵਿੱਚ ਜਿਹੜਾ ਹੈ ਹਰ ਕੋਈ ਇਸ ਦਾ ਆਨੰਦ ਮਾਣ ਰਿਹਾ ਹੈ। ਸੋ ਪੌਦਿਆਂ ਦੀਆਂ ਟਾਹਣੀਆਂ ਜਿਹੜੀਆਂ ਹਨ
ਉਹ ਇਸ ਜਿਹੜੇ ਪੌਦਿਆਂ ਦੇ ਗਲ ਲੱਗ ਲੱਗ ਕੇ ਸੁੱਤੀਆਂ ਪਈਆਂ ਹਨ ਤੇ ਵੇਲਾਂ ਜਿਹੜੀਆਂ ਹਨ ਉਹ ਉਹਨਾਂ ਟਾਹਣੀਆਂ ਦੇ ਗਲਾਂ ਨਾਲ ਲੱਗ ਲੱਗ ਕੇ ਸੁੱਤੀਆਂ ਪਈਆਂ ਹਨ ਤੇ ਕਹਿੰਦੇ ਇਸ ਤਰ੍ਹਾਂ ਜਿਹੜੀਆਂ ਹਨ ਉਹ ਨੀਂਦ ਦੇ ਵਲੇਵਿਆਂ ਦੇ ਵਿੱਚ ਵਲੀਆਂ ਹੋਈਆਂ ਖੂਬਸੂਰਤ ਕਲੀਆਂ ਦੇ ਗਲ ਨਾਲ ਲੱਗ ਕੇ ਸੁੱਤੀਆਂ ਹੋਈਆਂ ਹਨ ਤੇ ਇਹਨਾਂ ਕਲੀਆਂ ਦੇ ਗਲ ਨਾਲ ਲੱਗ ਕੇ ਸੁੱਤੀਆਂ ਪਈਆਂ ਹਨ ਖੁਸ਼ਬੂਦਾਰ ਜਿਹੜੀਆਂ ਹਨ ਗੰਦਾ ਕਹਿੰਦੇ ਜਿਹੜੀਆਂ ਖੁਸ਼ਬੂਦਾਰ ਖੁਸ਼ਬੂ ਦੇਣ ਵਾਲੀਆਂ ਸਮੈਲਾਂ ਹਨ ਜਿਹੜੀਆਂ ਹਨ ਉਹ ਕਹਿੰਦੇ ਉਹ ਅਜਿਹੀ ਗੰਧ ਜਿਹਦੇ ਵਿੱਚੋਂ ਖੁਸ਼ਬੂ ਜਿਹੜੀ ਹੈ ਆ ਰਹੀ ਹੋਵੇ ਉਹ ਵੀ ਫਿਰ ਨਾ ਕਲੀਆਂ ਦੇ ਗਲ ਲੱਗ ਕੇ ਸੁੱਤੀ ਪਈ ਹੈ। ਸੋ ਕਹਿੰਦੇ ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਅਤੇ ਸਾਵੇਂ ਨੀਂਦ ਗੁੱਤੀ ਜਲਧਾਰਾਂ ਨੂੰ ਬੰਨੀ ਵਿੱਚ ਕਲਾਵੇ ਸੁੱਤੀ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦੇ ਵਿੱਚ ਤਾਜ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਛਾਇਆ ਜਾਣੇ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਝੁਕਾਇਆ ਇੱਧਰ ਦੂਰ ਸਾਗਰਾਂ ਬੰਨੀ ਨੱਸਣ ਜਦੋਂ ਉਹ ਲੱਗੀ ਨੀਂਦ ਟੂਣੀਆਂ ਦੇ ਜੰਤਰ ਵਿੱਚ ਟੋਰ ਉਸ ਦੀ ਵੱਜੀ। ਸੋ ਜਿਹੜਾ ਹੈ ਅਗਲੇ ਪੈਰੇ ਵਿੱਚ ਕਵੀ ਜਿਹੜਾ ਹੈ ਗੱਲ ਕਰਦਾ ਹੈ ਕਹਿੰਦੇ ਕਿਸ ਤਰ੍ਹਾਂ ਜਿਹੜਾ ਹੈ ਤਾਜ ਮਹਿਲ ਦੀ ਸੁੰਦਰਤਾ ਜਿਹੜੀ ਹੈ ਉਹ ਇੰਨੀ ਜ਼ਿਆਦਾ ਹੈ ਕਿ ਉਸ ਦੇ ਗਲ ਲੱਗ ਕੇ ਚਾਂਦੀਆਂ ਸੋਹਜ ਕਿਰਨਾਂ ਸੁੱਤੀਆਂ ਪਈਆਂ ਹਨ ਤੇ ਇਹਨਾਂ ਕਿਰਨਾਂ ਦੇ ਵਿੱਚ ਫਿਰ ਕਹਿੰਦੇ ਜਿਹੜਾ ਵਾਤਾਵਰਨ ਹੈ ਕੁਦਰਤ ਹੈ ਉਹ ਵੀ ਜਿਹੜਾ ਹੈ ਨੀਂਦ ਦੇ ਵਿੱਚ ਸੁੱਤੀ ਪਈ ਹੈ ਜਿਸ ਦੇ ਵਿੱਚੋਂ ਜਿਹੜੀਆਂ ਟਾਹਣੀਆਂ ਹਨ ਉਹ ਜਿਹੜੀਆਂ ਸੁੱਤੀਆਂ ਪਈਆਂ ਹਨ ਟਾਹਣੀਆਂ ਦੇ ਗਲ ਵੇਲਾਂ ਦੇ ਗਲ ਲਾ ਕੇ ਕਲੀਆਂ ਦੇ ਵਿੱਚ ਜਿਹੜੀਆਂ ਖੁਸ਼ਬੂਆਂ ਜਿਹੜੀਆਂ ਹਨ ਉਹ ਸਭ ਸੁੱਤੀਆਂ ਪਈਆਂ ਹਨ। ਸੋ ਕਹਿੰਦੇ ਇਸ ਵਿਸ਼ੇਸ਼ ਸਮੇਂ ਦੇ ਵਿੱਚ ਫਿਰ ਕਹਿੰਦੇ ਜਿਹੜੀ ਕੁਦਰਤ ਹੈ ਕੁਦਰਤ ਦੀ ਸੁੰਦਰਤਾ ਦਾ ਬਿਆਨ ਕਰਦਾ ਹੋਇਆ ਕਵੀ ਕਹਿੰਦਾ ਹੈ ਕਿ ਜਮਨਾ ਜਿਹੜੀ ਨਦੀ ਹੈ ਜਮਨਾ ਨਦੀ ਦੇ ਹਰੇ ਭਰੇ ਸ਼ਾਂਤ ਸੁੱਤੇ ਕੰਢੇ ਜਿਹੜੇ ਹਨ ਉਹ ਵੀ ਇਸ ਨੀਂਦ ਗੁੱਤੀ ਜਮਨਾ ਦੀ ਜਲਧਾਰਾ ਨੂੰ ਆਪਣੇ ਜਿਹੜਾ ਹੈ ਕਲਾਵੇ ਦੇ ਵਿੱਚ ਜਕੜੀ ਬੈਠੇ ਹਨ। ਸੋ ਜਮਨਾ ਨਦੀ ਦੀ ਜਿਹੜੀ ਗੱਲ ਹੈ ਉਹ ਕਰਦਾ ਹੈ ਦੱਸਦਾ ਹੈ ਕਹਿੰਦੇ ਹਰੇ ਭਰੇ ਜਮਨਾ ਨਦੀ ਦੇ ਜਿਹੜੇ ਕੰਢੇ ਹਨ ਉਹ ਵੀ ਜਿਹੜੀ ਜਮਨਾ ਨਦੀ ਦੇ ਵਿੱਚ ਜਿਹੜਾ ਜਲ ਵਹਿ ਰਿਹਾ ਹੈ ਕਹਿੰਦੇ ਉਸ ਜਲ ਧਾਰਾ ਨੂੰ ਆਪਣੇ ਕਲਾਵਿਆਂ ਦੇ ਵਿੱਚ ਜਕੜ ਕੇ ਬੈਠੇ ਹੋਏ ਹਨ। ਇਹਨਾਂ ਸੁੱਤੇ ਹੋਏ ਪਾਣੀਆਂ ਦੇ ਵਿੱਚ ਤਾਜ ਮਹਿਲ ਦਾ ਜਿਹੜਾ ਪਰਛਾਵਾਂ ਹੈ ਕਹਿੰਦੇ ਉਹ ਵੀ ਫਿਰ ਸੁੱਤਾ ਪਿਆ ਹੀ ਦਿਖਾਈ ਦੇ ਰਿਹਾ ਹੈ। ਸੋ ਇਸ ਦ੍ਰਿਸ਼ ਕਹਿੰਦੇ ਹਨ ਇਹ ਦ੍ਰਿਸ਼ ਹੈ ਉਹ ਇੰਜ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਤਾਜ ਮਹਿਲ ਨੂੰ ਜਿਹੜਾ ਹੈ ਕਹਿੰਦੇ ਜਿਹੜਾ ਜਮਨਾ ਨਦੀ ਹੈ ਉਸ ਦੇ ਦੋਨਾਂ ਕੰਢਿਆਂ ਦੋਨੇ ਕੰਢੇ ਜਿਹੜੇ ਹਨ ਉਹ ਵੀ ਸੁੱਤੇ ਪਏ ਹਨ ਤੇ ਉਸ ਦੇ ਵਿੱਚ ਜਿਹੜਾ ਪਾਣੀ ਹੈ ਉਹ ਵੀ ਬਿਲਕੁਲ ਹੀ ਸ਼ਾਂਤ ਹੈ ਤੇ ਉਸ ਦੇ ਵਿੱਚ ਤਾਜ ਮਹਿਲ ਦਾ ਜਿਹੜਾ ਪਰਛਾਵਾਂ ਹੈ ਜੋ ਦਿਖਾਈ ਦੇ ਰਿਹਾ ਹੈ ਉਹ ਵੀ ਸ਼ਾਂਤ ਸੁੱਤਾ ਪਿਆ ਹੈ ਤੇ ਇਸ ਸਮੇਂ ਇਹ ਜਿਹੜਾ ਦ੍ਰਿਸ਼ ਹੈ ਉਹ ਇਹ ਮਹਿਸੂਸ ਕਰਵਾ ਰਿਹਾ ਹੈ ਕਿ ਇਹ ਜਿਹੜਾ ਪਾਣੀ ਹੈ ਕਹਿੰਦੇ ਉਹ ਜਿਹੜਾ ਜਮਨਾ ਨਦੀ ਹੈ ਕਹਿੰਦੇ ਉਹਦਾ ਜਿਹੜਾ ਜਲ ਹੈ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਤਾਜ ਮਹਿਲ ਨੂੰ ਉਧਾਲਣ ਲਈ ਕੱਢ ਕੇ ਲੈ ਜਾਣ ਦੇ ਲਈ ਜਮਨਾ ਨੇ ਆਪਣਾ ਜਿਹੜਾ ਹੈ ਇਹ ਪਰਛਾਵਾਂ ਜਿਹੜਾ ਹੈ ਉਸ ਨੂੰ ਆਪਣੀ ਬੁੱਕਲ ਦੇ ਵਿੱਚ ਲੁਕਾ ਲਿਆ ਹੋਵੇ। ਸੋ ਇਹਨਾਂ ਕਹਿੰਦੇ ਇਹ ਜਿਹੜੀ ਸਥਿਤੀ ਹੈ ਇਸ ਸਥਿਤੀ ਵਿੱਚ ਜਦੋਂ ਜਮਨਾ ਜਿਹੜੀ ਹੈ ਇਸ ਜੜਤਾ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੀ ਹੈ ਤੇ ਤਾਜ ਮਹਿਲ ਨੂੰ ਉਧਾਲ ਕੇ ਸਾਗਰਾਂ ਵੱਲ ਨੱਸਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਹਿੰਦੇ ਉਸ ਦੀ ਚਾਲ ਜਿਹੜੀ ਹੈ ਨੀਂਦ ਦੇ ਜਾਦੂਮਈ ਟੂਣੇ ਦੇ ਵਿੱਚ ਵੱਜ ਜਾਂਦੀ ਹੈ ਅਤੇ ਉਹ ਹਿੱਲਤ ਜੁਲਤ ਨਹੀਂ ਕਰ ਸਕਦੀ। ਸੋ ਇਹ ਜਿਹੜੀ ਜੜਤਾ ਹੈ ਕਹਿੰਦੇ ਇਸ ਦੇ ਵਿੱਚ ਜਿਹੜੀ ਇਹ ਸਾਰੀ ਸਥਿਤੀ ਹੈ ਸਿਰਫ ਤੇ ਸਿਰਫ ਨਿਸ਼ਕਿਰਿਆ ਰਹਿੰਦੀ ਹੈ ਕੋਈ ਵੀ ਕਿਰਿਆ ਜਿਹੜੀ ਹੈ ਇਸ ਸਥਿਤੀ ਦੇ ਵਿੱਚ ਸਾਡੇ ਸਾਹਮਣੇ ਨਹੀਂ ਆਉਂਦੀ। ਦੋਨੇ ਜਮਨਾ ਨਦੀ ਦੇ ਕੰਢੇ ਹਨ ਜਿਨ੍ਹਾਂ ਦੇ ਵਿੱਚ ਸ਼ਾਂਤ ਪਾਣੀ ਹੈ ਸ਼ਾਂਤ ਪਾਣੀ ਦੇ ਵਿੱਚ ਜਿਹੜਾ ਹੈ ਤਾਜ ਮਹਿਲ ਦਾ ਪਰਛਾਵਾਂ ਜਿਹੜਾ ਹੈ ਉਹ ਵੀ ਸ਼ਾਂਤ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਜਮਨਾ ਨਦੀ ਜਿਹੜੀ ਹੈ ਉਸ ਦੇ ਪਾਣੀ ਜਿਹੜੇ ਹਨ ਇਸ ਨੂੰ ਜਿਹੜਾ ਹੈ ਤਾਜ ਮਹਿਲ ਦੇ ਪਰਛਾਵੇਂ ਨੂੰ ਭਾਵ ਜਿਹੜਾ ਹੈ ਉਧਾਲ ਕੇ ਜਿਹੜਾ ਹੈ ਲੈ ਜਾਣ ਦੇ ਲਈ ਆਏ ਹੋਣ ਤੇ ਜਦੋਂ ਉਹ ਜਿਹੜੀ ਜਮਨਾ ਨਦੀ ਸ਼ਾਂਤ ਉਸ ਨੂੰ ਉਧਾਲ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀ ਹੈ ਤੇ ਉਸ ਨੂੰ ਸਮੁੰਦਰਾਂ ਦੇ ਵੱਲ ਲੈ ਜਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਹਿੰਦੇ ਉਹ ਨੀਂਦ ਦੇ ਜਾਦੂਮਈ ਟੂਣਿਆਂ ਦੇ ਵਿੱਚ ਉਸ ਦੀ ਚਾਲ ਜਿਹੜੀ ਹੈ ਉਹ ਬੰਨੀ ਜਾਂਦੀ ਹੈ ਤੇ ਉਹ ਜਿਹੜੀ ਹੈ ਫਿਰ ਅੱਗੇ ਜਿਹੜੀ ਹੈ ਉਹ ਨਹੀਂ ਤੁਰ ਪਾਉਂਦੀ। ਸੋ ਸਾਰੀ ਦੀ ਸਾਰੀ ਸਥਿਤੀ ਜਿਹੜੀ ਹੈ ਉਹ
निष्क्रिया ही रह जाती है। कहते सुते इस चुगिरदे अंदर मैं एक कला जागा, जग रहियां दो अखां मेरियां चुपचाप वांग चरागा। कहते गुबंद दियां उबारां उत्तों मस्तानियां मस्ताइयां अलशाइयां फिर रहियां सन जन नजरां मेरियां सोहज स्वाद तहराइयां तक तक कसब हुसन मुगलां दा हैरत बददी जावे शाहजहां दे सोहज स्वाद नूं लूप लूप पिया सलावे। सो जिहड़ा कवि है वो अपने बारे बयान करता होया कहता है कि ताज महल की इस रोशनी जिहड़ी है, ताज महल की रोशनी सुंदरता का आनंद जिहड़ा मैं भी मान रहा सी। सो नींद विच मस्त जाप रहे चौखिरते विच इकला कवि आप ही जाग रहा है। सो कहते उसदियां दोवें अखां जिहड़ियां सन वो चुपचाप चरागां दे वांग जाग रहियां सन। ते गोबिंद जिहड़ा ताज महल दे जिहड़े उपर गोबिंद बने हुए आ, गोबिंदां दियां उभारां दे उपर कहते उसदियां जिहड़ा कवि है उसदे जिहड़े अखां सन वो मस्त होईयां नजरां जिहड़ियां सन फिर रहियां सन। ते उसदी सुंदरता ते सोहज स्वाद नूं जिहड़ा सी सोहज स्वाद दी जिहड़ी कवि दे अंदर प्यास सी जिस दे कारण उसदियां जिहड़ियां नजरां सन वो उन्हां गोबिंदां नूं तक रहियां सन ते अपने इस सोहज स्वाद दी जिहड़ी प्यास सी उस नूं मिटा रहियां सन। सो कहता कवि कह रहा है कि कहते मुगल जिहड़े सन मुगल कहते मुगलों के इस काम अते हुनर नूं उसकी जिहड़ी हैरानी है देख देख के उसकी हैरानी होर भी ज़्यादा बढ़ती जाती है। सो मुगल बादशाह शाहजहां द्वारा जिहड़ा ये ताजमहल बनाया गया है कहते मुगलों के काम अते हुनर नूं देख देख के मेरी हैरानी जिहड़ी सी बढ़ती ही जा रही सी ते मेरा जिहड़ा है शरीर का लू जिहड़ा सी इस खूबसूरती नूं इस सुंदरता नूं जिहड़ा है इस सोहज स्वाद नूं जिहड़ा है सलाह रहा सी सिफत सलाह जिहड़ी है कर रहा सी। सो जिहड़ा इत्थे कवि है वो जिहड़ा है ताजमहल की सुंदरता का जिहड़ा आनंद है वो मान रहा है। पर सुंदरता का आनंद मानन दे नाल ही अचानक कवि के सामने अजिहा की हुंदा है कि उस सारे का सारा इतिहास जिहड़ा है ताजमहल का वो कवि के सामने आ जाता है। सो अगे देखते हैं जी कहते इन्ने नूं गोबिंद दा आंडा टोटे टोटे होया चीकां कूकां ते फरियादा जा अंबर नूं छोया हड़ मजदूर नी आंदा वरिया विच मजदूर हजारा कहते चुकी कही दुरमट देशे बच्चे विच वंगारा। सो कवि कहता है कि ताज महल की रोशनी जिहड़ी है सुंदरता का आनंद मान जो मैं आनंद मान रहा सा तां उसकी कल्पना दे विचों उस दियां अखां दे सामने जिहड़ा ताज महल के गोबिंद का एक टोटा जिहड़ा सी वो टुकड़े टुकड़े हो के डिग पिया सी ते उस टोटे दे विचों फिर जिहड़ा है कहंदे निकलियां की जिहड़ा है की निकला है निकलियां चीकां कूकां ते फरियादा जिहड़ियां ये चीकां कूकां फरियादा निकलियां इन्हां ने फिर आसमान नूं छो लिया सी। सो इन्हां चीकां कूकां फरियादा दे विच कहंदे ये जिहड़ियां चीकां सन उन्हां लखां ही मजदूरां अते मजदूरनियां दियां सन जिन्हां ने ताज महल नूं उसारन दे विच अपना हिस्सा पाया सी। सो जिहड़ा कवि की कल्पना जिहड़ी है उसके सामने गोबिंद जिहड़ा है उसके जिहड़ा टुकड़े जिहड़े हन वो टोटे जिहड़ा है मतलब जिहड़ा गोबिंद का जिहड़ा आंडा है वो टोटे टोटे होया है उसदे विचों हजारां ही मजदूर ते मजदूरनियां का जिहड़ा हड़ सी उसके सामने वग तुरिया सी कि ये जिहड़ा मजदूर ते मजदूरनियां हन उन्हां दे विचों कईयां ने कईयां चुकियां हन दुरमट चुके हन देसे चुके हुए हन। सो इस तरह उस जिहड़ा है ताज महल की उसारी करन दे विच उन्होंने जो अपना जिहड़ा हिस्सा पाया है उसदे बारे जिहड़ा कवि है उस दे विच गल कर रहा है कि किस तरह जिहड़ियां हन ये मजदूर मजदूरनियां ने बहुत ही मेहनत करके ताज महल की जिहड़ी उसारी है वो करवाई है ते फिर भी ये जिहड़े हन इन्हां दियां चीकां कूकां फरियादां जिहड़ियां हन वो कवि दे सामने जिहड़ियां हन आ जांदियां हन। सो कहंदे दुधियां नाल पलसदे बच्चे कम्मी रुचियां मावां अखां दे विच छलकण अथरू हिक्कां दे विच आहां कहंदे बोखियां वर्गे पेट उन्हां दे तुकियां वर्गे गाडे
छाले छाले हथ उन्हां दे पैर ब्याइयां पाटे। सो ਜਿਹੜੇ ਇਹ मजदूर सन ते ਜਿਹੜੀਆਂ मजदूरियां सन जिन्हां ने ताज महल नूं बनाया सी, उन्हां दियां चीकां कूकां फरियादां ਜਿਹੜੀਆਂ कवि दे सामने आ चुकियां हन। उन्हां दा फिर हाल बयान करदा कवि कहता है कि ये ਜਿਹੜੇ मजदूर ते मजदूरियां सन, कहते इन्हां ਜਿਹੜੀਆਂ सन जिन्हां ने ताज महल नूं बनाउण दे विच हिस्सा पाया सी, कहते उन्हां दी ਜਿਹੜੀ अपनी हालत सी ਉਹ फिर ਜਿਹੜੀ है किस तरह दी सी। कहते मजदूरियां ਜਿਹੜੀਆਂ सन उन्हां दे बच्चे ਜਿਹੜੇ सन उन्हां दे ਜਿਹੜਾ उन्हां दे दुੱਧ ਦੇ ਲਈ ਜਿਹੜਾ ਸੀ ਤਰਸ ਰਹੇ सन ते ਉਹ सिर्फ ते सिर्फ ਜਿਹੜੇ ਹਨ ਆਪਣੇ ਕੰਮਾਂ ਦੇ ਵਿੱਚ ਰੁਚੀਆਂ ਹੋਈਆਂ ਸਨ। ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਸਨ ਜਿਹੜੇ ਢਲਕ ਢਲਕ ਕੇ ਨੀਚੇ ਜਿਹੜਾ ਸੀ ਕਹਿੰਦੇ ਡਿੱਗ ਰਹੇ ਸਨ। ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹਜ਼ਾਰਾਂ ਹੀ ਹੰਝੂ ਝਲਕ ਰਹੇ ਸਨ। ਉਹਨਾਂ ਦੀਆਂ ਹਿੱਕਾਂ ਦੇ ਵਿੱਚ ਜਿਹੜੀਆਂ ਤਕਲੀਫਾਂ ਦੀਆਂ ਆਹਾਂ ਜਿਹੜੀਆਂ ਸਨ ਉਹ ਦਿਖਾਈ ਦੇ ਰਹੀਆਂ ਸਨ। फिर कहना जड़ा ये जो लोग काम करते हैं इन्हां दी अपनी हालत की सी, उन्हां दी आर्थिक हालत इन्नी ज़्यादा जड़ी सी माड़ी सी, इन्नी ज़्यादा गरीबी भरी सी कि भुख दे नाल कहंदे भुखे पाने कड़ी मेहनत कर रहे सन ते इस मेहनत के सदका उन्हां दे जड़े पेट सन वो बोखियां वर्गे ते उन्हां दियां जड़ियां गर्दनां सन वो तुखियां वर्गियां पतलियां जड़ियां हो चुकियां सन। उन्हां दे हत्थां दे विच छाले पै चुके सन ते पैरां दे विच त्रेड़ां ते व्याइयां जड़ियां सन वो पाटियां होईयां सन। सो कहते उन्हां दे ये आर्थिक हालत जिहड़ी है ते उन्हां दी जिहड़ी स्थिति सी उन्हां उसनूं देख के जिहड़ा कवि है वो जिहड़ी उसकी हालत जो है वो भी तरसयोग बन जाती है ते वो इस शोषण के प्रति जिहड़ा है सुचेत विखाई दिंदा है। मतलब इस शोषण के विरुद्ध जिहड़ा है कवि जिहड़ा है सानू फिर खड़ा हुंदा दिखाई दिंदा है। सो फिर भी कहंदे फिर भी काम करावण वाले मार मार के छांटा मार मार के फांटा मासूम दे पिंडियां उत्तों चाड़ी जान सलाटा इदा मजदूरां दी झाकी जद मैनू दिसे आई नाल पीड़ दे कलवल हो के रूह मेरी कुरलाई। सो जिहड़ा कवि है अगे जिहड़ा बयान करता है कहंदे ये जिहड़ी हालत है इस तरसयोग हालत नूं होर अगे वधाउण दे लई कवि जिहड़ा है कहंदा है ताज महल दी उसारी दे विच लगे हुए इन्हां मजदूर अते मजदूरनियां दी हालत जिहड़ी है वो होर भी ज़्यादा कहते अगे तरसयोग हुंदी दिखाई दिंदी है। कहते भुख ते करुणा दे कारण उन्हां दी जिहड़ी दर्दनाक स्थिति है कहते जदों ओह भुख दे कारण काम नहीं कर पाउंदे सन तां कहते काम कराउण वाले उन्हां दे उत्ते रत्ता भी तरस जिहड़ा सी ओह नहीं खांदे सन। सगों उन्हां दे मासूम जिहड़े शरीर सन उन्हां दे उत्ते छांटे मार मार के उन्हां दे पिंडियां दे उत्ते रहिंदा खूंदा जिहड़ा मास सी उस नूं भी जिहड़ा ला रहे सन ते उन्हां दे शरीरां दे उत्ते लाशां जिहड़ियां सन ओह खड़ियां कर रहे सन। सो मजदूरां दी कहंदे इस दुख भरी हालात नूं देख के मेरी भी जिहड़ी आत्मा सी ओह कुरला उठी सी। भाव कवि जिहड़ा है वो अपने बारे दसदा है कि अजिही तरसयोग हालत नूं देख के फिर मेरी अपनी भी जिहड़ी आत्मा सी वो कुरला उठी सी ते कहंदे फिर मैं ये कहना शुरू किया सी कि की वो हुसन है सचमुच जां उंज की छलवा। कहंदे लख गरीब मजदूरां दे हंजुआ ते जो पलदा। सो जिहड़ा कवि है कवि कहता है कि जदों मैं इस हालत नूं देखिया जदों उन्हां मजदूरां ते मजदूरनियां दी अजिही तरसयोग हालत मेरे सामने आई तां फिर कहंदे मेरी जिहड़ी आत्मा सी ओह कह बैठी सी कि कहंदे जदों ताज महल दी उसारी करन वाले इन्हां मजदूर ते मजदूरनियां उपर हुंदे जुल्मां दी झाकी वेखी तां पीड़ नाल तड़प के कहते मेरी रूह कुरला के पुछण लग पई कि ये हुसन सचमुच दा हुसन है कि एक धोखा है। कहते अजिहा हुसन जिसनूं कुछ समा पहला तां जिहड़ा कवि है उस हुसन नूं देखण लई उस दियां नज़रां जिहड़ियां सन वो प्यासियां पईयां सन ते अपनी प्यास नूं बुझाउण दे लई जिहड़ियां इस जिहड़ी ताज महल दे गोबिंदा दे उपर जिहड़ियां सन
उसदियां नज़रां प्यासियां फिर रहियां सन। इसकी सुंदरता दे उत्ते कवि मर मर जांदा सी, जिसकी सुंदरता नूं जिहड़ा कवि है उसने बहुत ही ज़्यादा सोहने ढंग नाल बयान भी कीता सी। पर कहते जदों इसका इतिहास, इसकी सच्चाई मेरे सामने आई तो फिर जिहड़ा सी मेरी आत्मा कुरला उठी ते कहण लगी कि यह हुसन सचमुच दा हुसन है जां सिर्फ ते सिर्फ एक धोखा ही है। कहते अजिहा हुसन जो कि लखां ही गरीब मजदूरां अते मजदूरनियां दे हंझूआं आहां दे उत्ते पलदा है, फिर की ये असल दा हुसन है जां नहीं। कहते भाव अजिहे हुसन नूं सचमुच दा हुसन कहा ही नहीं जा सकता। सो जो लखां गरीब मजदूरां दे हंझूआं हौंकियां दे उत्ते पलदा होवे, सो फिर अजिहे हुसन नूं असीं कदे भी जिहड़ा है हुसन नहीं मान सकते। अजिही सुंदरता फिर कोई सुंदरता नहीं है जिसके पिछे बहुत वड्डा जिहड़ा इतिहास छुपिया पिया होवे, जिसके पिछे हजारां ही गरीब मजदूरां ते मजदूरनियां दियां आहां जिहड़ियां हन ओह लुकियां होईयां हन। फिर कहते जिसके पिछे मजदूरां दी तरसजोग स्थिति जिहड़ी है ओह लुकी हुई है, फिर यह जिहा हुसन कोई सचमुच दा हुसन जिहड़ा है ओह नहीं हो सकता। सो ये सी जी साडी अज दी कविता प्रोफैसर मोहन सिंह दी लिखी हुई कविता ताज महल। सो अज जिहड़ी साडी कविता है वो इत्थे ही खत्म होंदी है ते नाल दी नाल असीं जिहड़ी साडी अज दी क्लास है वो इत्थे ही खत्म करांगे। सो हुण तुहाडी ड्यूटी सिर्फ इक्को कि तुसीं इसदा केंद्री भाव सार ते प्रसंग सहित व्याख्या अपनी कापियां दे विच नोट जरूर करके रखोगे। सो अज दी क्लास इत्थे समाप्त करांगे। धन्नवाद।